Welcome students. This is the video related to the chapter that is the business finance. We have discussed in the previous lectures that what are the various basically types of the capital. As we have discussed in the previous lecture, that is fixed capital. Now we are going to discuss what is the meaning of the working capital. The working capital की होती है the requirements of capital for short term purposes for meeting the day to day expenses is called the working capital. It is that portion of the total capital which is employed in short term operations. It constitutes two basic elements, that is the current assets and the current liabilities. हाँ जी, वर्किंग कैपिटल की होंगी है? वर्किंग कैपिटल का मतलब होंगे जी सानू शॉर्ट टर्म परपसिस नू पूरा करने वास्ते चाहिए होंगी है। ठीक है, आप ये कह सकते हैं कि जोड़े साढ़े डे टू डे ऑपरेशंस ने, डे टू डे एक्टिविटीज़ ने, उन्होंने पूरा करने सानू जी कैपिटल चाहिए है, उन्होंने सिर्फ वर्किंग कैपिटल कह सकते हैं। इनू अगे दो कंस्टिट्यूएंट्स के विच डिवाइड किया गया, दैट इज़ द करंट एसेट्स एंड करंट लाइबिलिटीज़। हाँ जी, इस तो इलावा आप वर्किंग कैपिटल ਨੂੰ ਕੀ ਕਹਿ ਸਕਦੇ ਹਾਂ, ਕਹਿੰਦੇ ਉਹ ਕੈਪੀਟਲ ਹੁੰਦੀ ਹੈ ਜਿਹਦੇ ਵਿੱਚ ਬੇਸਿਕਲੀ ਕੈਸ਼ ਆ ਜਾਂਦਾ ਹੈ, ਬੈਂਕ ਬੈਲੈਂਸ ਆ ਜਾਂਦਾ ਹੈ, ਸਟਾਕ ਡੈਟਰਸ ਆ ਜਾਂਦੇ ਨੇ, ਬਿਲ ਰਿਸੀਵੇਬਲ ਆ ਜਾਂਦੇ ਨੇ। ठीक है, सो सिंस द अमाउंट इज़ इन्वेस्टेड इन द करंट एसेट इट इज़ कॉल्ड द करंट कैपिटल। इस तो इलावा आपको डेफिनेशन दी हुई है, जिवें शोबेन ने दी हुई है, दैट अमाउंट ऑफ फंड्स नैसेसरी टू कवर द कॉस्ट ऑफ द ऑपरेशंस ऑफ द एंटरप्राइज। कहते वो अमाउंट ऑफ फंड्स, उन्ने अमाउंट ऑफ फंड्स की रिक्वायरमेंट जे अगर सानू पैंदी है जिहदे नाल असीं अपने ऑपरेशंस मतलब एंटरप्राइज की कर सकी, ਉਹਨੂੰ ਆਪਾਂ ਕੀ ਕਹਾਂਗੇ, ਵਰਕਿੰਗ ਕੈਪੀਟਲ ਕਹਿ ਦਾਂਗੇ। ਵਰਕਿੰਗ ਕੈਪੀਟਲ ਕਹਿੰਦੇ ਕਿਸੇ ਵੀ ਗੋਇੰਗ ਕੰਸਰਨ ਕੰਪਨੀ ਦੇ ਵਿੱਚ ਇੱਕ ਰਿਵੋਲਵਿੰਗ ਫੰਡ ਹੁੰਦਾ ਜਿਹੜਾ ਇਹ ਕਹਾਂਗੇ ਕੰਟੀਨਿਊ ਫਾਰਮ 'ਚ ਚਾਹੀਦਾ ਹੁੰਦਾ। ठीक है, इट कंसिस्ट ऑफ कैश रिसीट्स फ्रॉम सेल्स विच आर यूज टू कवर द कॉस्ट ऑफ द करंट ऑपरेशंस। ਕਹਿੰਦੇ ਇਹਦੇ ਵਿੱਚ ਉਹ ਵੀ ਮਤਲਬ ਕੈਸ਼ ਰਿਸੀਟਸ ਮਤਲਬ ਸਾਨੂੰ ਕੋਲ ਇਨਕਮ ਆ ਜਾਏਗੀ, ਰੈਵਨਿਊ ਆ ਜਾਏਗੀ ਜਿਹੜੀ ਸਾਨੂੰ ਸੇਲ ਦੇ ਬਦਲੇ ਰਿਸੀਵ ਹੋਈ ਹੁੰਦੀ ਹੈ। ਸੋ ਇਹ ਕਿਉਂ ਚਾਹੀਦੀ ਹੁੰਦੀ ਹੈ, ਕਿਉਂਕਿ ਅਸੀਂ ਕਰੰਟ ਆਪਰੇਸ਼ਨਸ ਨੂੰ, ਕਰੰਟ ਐਕਟੀਵਿਟੀਜ਼ ਨੂੰ ਅਸੀਂ ਅਗਰ ਮਤਲਬ ਡੇ ਟੂ ਡੇ ਅਸੀਂ ਖਰਚੇ ਕਰਨੇ ਆ ਤਾਂ ਸਾਨੂੰ ਕੋਈ ਨਾ ਕੋਈ ਰਿਸੀਟ ਇਨਕਮ ਚਾਹੀਦੀ ਹੈ। ਤਾਂ ਸਾਰੇ ਦੇ ਸਾਰੇ ਜਿਹੜੇ ਇਨਕਮ ਆਏਗੀ, ਖਰਚੇ ਆਉਣਗੇ ਸਾਡੇ ਕਿਸ 'ਚ ਆ ਜਾਣਗੇ, ਵਰਕਿੰਗ ਕੈਪੀਟਲ 'ਚ ਆ ਜਾਣਗੇ। ਨੈਕਸਟ ਆ ਜਾਂਦਾ ਹੈ ਕਿ ਕੰਸੈਪਟਸ ਔਰ ਟਾਈਪਸ ਆਫ ਦ ਵਰਕਿੰਗ ਕੈਪੀਟਲ। ਕਹਿੰਦੇ ਜਿਹੜੀ ਆਪਣੀ ਵਰਕਿੰਗ ਕੈਪੀਟਲ ਹੁੰਦੀ ਹੈ, ਠੀਕ ਹੈ, ਇਸ ਦੇ ਵਿੱਚ ਕੀ ਹੁੰਦਾ ਹੈ ਕਿ ਬੇਸਿਕਲੀ ਟੂ ਆਸਪੈਕਟਸ ਆ ਜਾਂਦੇ ਨੇ। ਕਿਸ ਤਰ੍ਹਾਂ ਦੇ ਆਸਪੈਕਟਸ ਆਉਣਗੇ, ਜਿਵੇਂ ਸਭ ਤੋਂ ਪਹਿਲਾਂ ਆ ਗਿਆ ਗ੍ਰੋਸ ਵਰਕਿੰਗ ਕੈਪੀਟਲ। ਗ੍ਰੋਸ ਵਰਕਿੰਗ ਕੈਪੀਟਲ ਕਿਹੜੀ ਹੁੰਦੀ ਹੈ, ਜਿਹੜੀ ਟੋਟਲ ਅਮਾਊਂਟ ਆਫ ਕਰੰਟ ਲਾਇਬਿਲਿਟੀਜ਼, ਕਰੰਟ ਐਸੈਟਸ ਆ ਜਾਂਦੀਆਂ ਨੇ। ਠੀਕ ਹੈ, ਉਹਨਾਂ ਨੂੰ ਆਪਾਂ ਕੰਸੀਡਰ ਕਰਾਂਗੇ, ਬਟ ਇੰਨਾ ਧਿਆਨ ਰੱਖਣਾ ਸਟੂਡੈਂਟਸ ਨੇ ਕਿ ਕਰੰਟ ਐਸੈਟਸ ਦੇ ਵਿੱਚੋਂ ਅਸੀਂ ਅਮਾਊਂਟ ਆਫ ਕਰੰਟ ਲਾਇਬਿਲਿਟੀਜ਼ ਨੂੰ ਸਬਟਰੈਕਟ ਕਰ ਦਾਂਗੇ, ਰਿਡਿਊਸ ਕਰ ਦਾਂਗੇ, ਤਾਂ ਸਾਡੇ ਕੋਲ ਜਿਹੜੀ ਟੋਟਲ ਅਮਾਊਂਟ ਆਫ ਫੰਡਸ ਆ ਜਾਣਗੇ ਉਹਨੂੰ ਆਪਾਂ ਟੋਟਲ ਕਰੰਟ ਐਸੈਟਸ ਕਹਿ ਦਾਂਗੇ। ਸੋ ਇਹ ਕੁਆਂਟੀਟੇਟਿਵ ਆਸਪੈਕਟ ਦੇ ਪੁਆਇੰਟ ਆਫ ਵਿਊ ਦੇ ਨਾਲ ਇੰਪੋਰਟੈਂਟ ਮੰਨੀ ਜਾਂਦੀ ਹੈ। ਠੀਕ ਹੈ, ਇਹਦੇ ਵਿੱਚ ਕੀ ਹੁੰਦਾ ਕਿ ਮੋਸਟਲੀ ਆਪਾਂ ਐਗਰੀਗੇਟ ਮਤਲਬ ਐਸੈਟਸ ਨੂੰ ਕੰਸੀਡਰ ਕਰ ਲੈਂਦੇ ਹਾਂ, ਜਿਹਨੂੰ ਆਪਾਂ ਸਰਕੂਲੇਟਿੰਗ ਕੈਪੀਟਲ ਜਾਂ ਕਰੰਟ ਕੈਪੀਟਲ ਵੀ ਕਹਿ ਸਕਦੇ ਹਾਂ। ਠੀਕ ਹੈ, ਇਹਨੂੰ ਬੇਸਿਕਲੀ ਆਪਾਂ ਜਿਹੜੀ ਕੈਪੀਟਲ ਹੋਏਗੀ ਇਹ ਆਪਣੀ ਬਿਜ਼ਨਸ ਕੰਸਰਨ ਦੇ ਪੁਆਇੰਟ ਆਫ ਵਿਊ ਦੇ ਨਾਲ ਬਹੁਤ ਇੰਪੋਰਟੈਂਟ ਮੰਨੀ ਜਾਂਦੀ ਹੈ। ਨੈਕਸਟ ਆ ਜਾਂਦੀ ਹੈ ਜੀ ਨੈਟ ਵਰਕਿੰਗ ਕੈਪੀਟਲ। ਕਿਹੜੀ ਹੁੰਦੀ ਹੈ, ਕਹਿੰਦੇ ਨੈਰੋਰ ਕੰਸੈਪਟ ਹੁੰਦਾ ਵਰਕਿੰਗ ਕੈਪੀਟਲ ਦਾ, ਜਿਹਦੇ ਵਿੱਚ ਕੀ ਹੁੰਦਾ ਜ਼ਿਆਦਾਤਰ ਕੁਆਲੀਟੇਟਿਵ ਆਸਪੈਕਟ ਕੰਸੀਡਰ ਕੀਤਾ ਜਾਂਦਾ। ਕੁਆਲੀਟੇਟਿਵ ਆਸਪੈਕਟ ਦੇ ਵਿੱਚ ਕੀ ਆਏਗਾ ਕਿ ਕਰੰਟ ਐਸੈਟਸ ਮਾਈਨਸ ਕਰੰਟ ਲਾਇਬਿਲਿਟੀਜ਼ ਨੂੰ ਤਾਂ ਵਰਕਿੰਗ ਕੈਪੀਟਲ ਕਹਿ ਹੀ ਦਿੰਦੇ, ਬਟ ਅਗਰ ਐਕਸੈਸ ਆਫ ਦਾ ਕਰੰਟ ਐਸੈਟਸ ਓਵਰ ਦਾ ਕਰੰਟ ਲਾਇਬਿਲਿਟੀਜ਼ ਮੰਨ ਲਈਏ ਤਾਂ ਉਹਨੂੰ ਨੈਟ ਵਰਕਿੰਗ ਕੈਪੀਟਲ ਕਿਹਾ ਜਾਂਦਾ। ਦਿਸ ਕੰਸੈਪਟ ਇੰਡੀਕੇਟਸ ਦ ਲਿਕੁਇਡਿਟੀ ਪੋਜੀਸ਼ਨ ਆਫ ਦ ਐਂਟਰਪ੍ਰਾਈਜ਼। ਇਹਨੂੰ ਆਪਾਂ ਲਿਕੁਇਡਿਟੀ ਪੋਜੀਸ਼ਨ ਵੀ ਮਤਲਬ ਕਹਿ ਸਕਦੇ ਹਾਂ ਕਿ ਹਾਂਜੀ ਜਿੰਨਾ ਕਿਉਂਕਿ ਸਾਨੂੰ ਪਤਾ ਲੱਗ ਗਿਆ ਕਿ ਕਰੰਟ ਐਸੈਟਸ ਜਿਹੜੀਆਂ ਨੇ ਸਾਡੀ ਜ਼ਿਆਦਾ ਆ ਰਹੀਆਂ ਨੇ ਜਾਂ ਘੱਟ ਆ ਰਹੀਆਂ ਨੇ ਕਰੰਟ ਲਾਇਬਿਲਿਟੀਜ਼ ਤੋਂ, ਤਾਂ ਓਬਵੀਅਸ ਹੈ ਕਿ ਅਗਰ ਸਾਡੀ ਕਰੰਟ ਐਸੈਟ ਜ਼ਿਆਦਾ ਹੋਣਗੇ ਤਾਂ ਸਾਡੇ ਕੋਲ ਕੈਸ਼, ਬੈਂਕ ਬੈਲੈਂਸ, ਸਾਡੇ ਇਨਵੈਂਟਰੀਜ਼, ਸਾਡੇ ਕੋਲ ਸਟਾਕ ਪੇ ਹੈ। ਠੀਕ ਹੈ, ਤਾਂ ਕਿ ਅਸੀਂ ਡੇ ਟੂ ਡੇ ਐਕਸਪੈਂਸਿਸ ਨੂੰ ਪੂਰਾ ਕਰ ਸਕੀਏ। ਸੋ ਇਹ ਸਾਡੀ ਲਿਕੁਇਡਿਟੀ ਪੋਜੀਸ਼ਨ ਨੂੰ, ਸਾਡੀ ਫਾਈਨੈਂਸ਼ੀਅਲ ਹੈਲਥ ਨੂੰ ਦੱਸੇਗਾ। ਠੀਕ ਹੈ, ਅਸੀਂ ਈਜ਼ੀਲੀ ਜੱਜ ਕਰ ਸਕਦੇ ਹਾਂ। ਠੀਕ ਹੈ, ਐਂਡ ਇਸ ਦੇ ਅਕੋਰਡਿੰਗਲੀ ਸਾਨੂੰ ਕੁਛ ਮਤਲਬ ਦੱਸਿਆ ਹੋਇਆ ਕਿ ਕਰੰਟ ਐਸੈਟਸ ਨੂੰ ਆਪਾਂ ਫਾਈਨਾਂਸ ਕਿੱਦਾਂ ਕਰ ਸਕਦੇ ਹਾਂ। ਠੀਕ ਹੈ, ਜੇ ਕਰੰਟ ਐਸੈਟਸ ਤੁਹਾਡੀਆਂ ਕਰੰਟ ਲਾਇਬਿਲਿਟੀਜ਼ ਤੋਂ ਜ਼ਿਆਦਾ ਨੇ ਤਾਂ ਆਪਾਂ ਕੀ ਕਹਾਂਗੇ ਕਿ ਫਾਈਨੈਂਸ਼ੀਅਲ ਸਾਊਂਡਨੈਸ ਨੂੰ ਦੱਸਦਾ। ਅਗਰ ਤੁਹਾਡੀ ਕਰੰਟ ਐਸੈਟਸ ਜਿਹੜੀਆਂ ਨੇ ਕਰੰਟ ਲਾਇਬਿਲਿਟੀਜ਼ ਦੇ ਇਕੁਅਲ ਨੇ ਤਾਂ ਫਾਈਨੈਂਸ਼ੀਅਲ ਸਾਊਂਡਨੈਸ ਨੂੰ ਨਹੀਂ ਇੰਡੀਕੇਟ ਕਰੇਗਾ। ਠੀਕ ਹੈ, ਅਗਰ ਤੁਹਾਡੀ ਕਰੰਟ ਐਸੈਟਸ ਤੁਹਾਡੀਆਂ ਕਰੰਟ ਲਾਇਬਿਲਿਟੀਜ਼ ਤੋਂ ਘੱਟ ਨਹੀਂ ਤਾਂ ਫਾਈਨੈਂਸ਼ੀਅਲ ਕ੍ਰਾਈਸਿਸ ਨੂੰ ਡਿਨੋਟ ਕਰੇਗਾ ਇਹ। ਠੀਕ ਹੈ ਜੀ, ਨੈਕਸਟ ਆ ਜਾਂਦਾ ਟੌਪਿਕ from the point of view of the need of the working capital, it can be divided into again categories। हाँ जी, अगर असी इनू कैटेगराइज कर दईए, ठीक है, जिमें जिमें सानू फाइनैशियल साउंडनैस दसेगा उसे पॉइंट ऑफ व्यू के नाल असी अगे फर्दर कैटेगरीज बना देने हैं। जिमें साडी परमानेंट वर्किंग कैपिटल आ गई जां फिक्सड वर्किंग कैपिटल आ गई। परमानेंट वर्किंग कैपिटल किहड़ी होएगी, जिहड़ी वॉल्यूम ऑफ इन्वेस्टमेंट,
ਠੀਕ ਹੈ। ਜਿਹੜੀ ਸਾਨੂੰ ਕਰੰਟ ਐਸੈਟਸ ਚਾਹੀਦੀ ਹੈ ਬਟ ਉਹ ਸਾਰੇ ਟਾਈਮ ਪੀਰੀਅਡ ਲਈ ਚਾਹੀਦੀ ਹੈ, ਕੰਟੀਨਿਊ ਲੌਂਗ ਪੀਰੀਅਡ ਵਾਸਤੇ ਚਾਹੀਦੀ ਹੈ। ਠੀਕ ਹੈ ਜੀ, ਇਹਨਾਂ ਨੂੰ ਆਪਾਂ ਕਰੰਟ ਐਸੈਟਸ ਦੀ ਜਿਹੜੀ ਰਿਕੁਆਇਰਮੈਂਟ ਹੋਏਗੀ, ਨੀਡ ਮਤਲਬ ਜਿਹੜੀ ਹੋਏਗੀ ਸਾਡੀ, ਉਹ ਕੰਟੀਨਿਊਸ ਫਾਰਮ ਦੇ ਵਿੱਚ ਨਹੀਂ ਹੋਏਗੀ। ਠੀਕ ਹੈ, ਸਾਨੂੰ ਹਮੇਸ਼ਾ ਇਸ ਤਰ੍ਹਾਂ ਦੀ ਵਰਕਿੰਗ ਕੈਪੀਟਲ ਦਾ ਮਿਨੀਮਮ ਲੈਵਲ ਜਿਹੜਾ ਹੋਏਗਾ ਮੇਨਟੇਨ ਕਰਕੇ ਰੱਖਣਾ ਪਏਗਾ, ਤਾਂ ਕਿ ਅਸੀਂ ਬਿਜ਼ਨਸ ਐਕਟੀਵਿਟੀਜ਼ ਨੂੰ ਕੈਰੀ ਆਊਟ ਕਰ ਸਕੀਏ। ਸੋ ਇਸ ਤਰ੍ਹਾਂ ਦੀ ਜਿਹੜੀ ਕੈਪੀਟਲ ਹੋਏਗੀ ਉਹਦੇ ਵਿੱਚ ਹਮੇਸ਼ਾ ਪੈਸਾ ਜਿਹੜਾ ਲੌਕਅਪ ਹੋ ਜਾਂਦਾ ਪਰਮਾਨੈਂਟਲੀ। ਸੋ ਇਸ ਤਰ੍ਹਾਂ ਦੀ ਕੈਪੀਟਲ ਨੂੰ ਆਪਾਂ ਪਰਮਾਨੈਂਟ ਜਾਂ ਫਿਕਸਡ ਵਰਕਿੰਗ ਕੈਪੀਟਲ ਕਹਿ ਦਿੰਦੇ ਹਾਂ, ਜਿਹਨੂੰ ਅਸੀਂ ਗ੍ਰੋਸ ਜਾਂ ਨੈਟ ਵਰਕਿੰਗ ਕੈਪੀਟਲ ਵੀ ਕਹਿ ਸਕਦੇ ਹਾਂ। ਵੇਰੀਏਬਲ ਵਰਕਿੰਗ ਕੈਪੀਟਲ ਕਿਹੜੀ ਹੋਏਗੀ? ਵੇਰੀਏਬਲ ਦਾ ਮਤਲਬ ਕੀ ਹੁੰਦਾ ਰਾਜੇ? ਵੇਰੀਏਬਲ ਦਾ ਮਤਲਬ ਹੁੰਦਾ ਕਿ ਜਿਹੜੀ ਕੰਟੀਨਿਊ ਫਾਰਮ 'ਚ ਸਾਨੂੰ ਚਾਹੀਦੀ ਹੁੰਦੀ ਹੈ। ਠੀਕ ਹੈ, ਜਿਹਦੀ ਲੋੜ ਜਿਹੜੀ ਹੋਏਗੀ ਸਾਨੂੰ ਅਕੋਰਡਿੰਗ ਟੂ ਦਾ ਟਾਈਮ ਪੀਰੀਅਡ ਚੇਂਜ ਹੁੰਦੀ ਰਹੇਗੀ। ਠੀਕ ਹੈ, ਜਾਂ ਆਪਾਂ ਕਹਾਂਗੇ ਕਿ ਜਿਹੜੀ ਪਰਮਾਨੈਂਟ ਵਰਕਿੰਗ ਕੈਪੀਟਲ ਹੁੰਦੀ ਹੈ ਉਸ ਤੋਂ ਇਲਾਵਾ ਵੀ ਸਾਨੂੰ ਵਰਕਿੰਗ ਕੈਪੀਟਲ ਚਾਹੀਦੀ ਹੁੰਦੀ ਹੈ। ਸੋ ਦੈਟ ਇਜ਼ ਨੋਨ ਐਜ਼ ਅ ਵੇਰੀਏਬਲ ਔਰ ਫਲਕਚੁਏਟਿੰਗ ਕੈਪੀਟਲ। ਇਹਦੇ ਵਿੱਚ ਕੀ ਹੁੰਦਾ ਕਿ ਤੁਹਾਡੀ ਐਕਟੀਵਿਟੀਜ਼ 'ਤੇ, ਸੀਜ਼ਨਲ ਫਲਕਚੁਏਸ਼ਨਸ 'ਤੇ, ਤੁਹਾਡੀ ਕੰਡੀਸ਼ਨਸ ਜਿਹੜੀ ਚੱਲ ਰਹੀਆਂ ਨੇ ਮਾਰਕੀਟ ਦੇ ਵਿੱਚ, ਠੀਕ ਹੈ, ਇਸ 'ਤੇ ਡਿਪੈਂਡ ਕਰੇਗਾ ਕਿ ਕਰੰਟ ਜਿਹੜੀ ਤੁਹਾਡੀ ਕੈਪੀਟਲ ਹੈ ਉਸ 'ਤੇ ਕਿੰਨੀ ਕੁ ਰਿਕੁਆਇਰਮੈਂਟ ਦੀ ਤੁਹਾਨੂੰ ਲੋੜ ਹੈ। ਠੀਕ ਹੈ ਜੀ, ਸੋ ਦੀਜ਼ ਆਰ ਦਾ ਡਾਇਗਰਾਮਸ ਆਫ ਦਾ ਡਿਫਰੈਂਟ ਟਾਈਪਸ ਆਫ ਦਾ ਵਰਕਿੰਗ ਕੈਪੀਟਲ। ਪਰਮਾਨੈਂਟ ਦੇ ਵਿੱਚ ਕੀ ਹੋ ਗਿਆ ਕਿ ਸਟੇਬਲ ਇੱਕ ਲਾਈਨ ਡਰਾ ਕੀਤੀ ਗਈ ਹੈ, ਜਿਹਦੇ ਵਿੱਚ ਕੀ ਹੋਊਗਾ ਕਿ ਸਟੇਬਲ ਪੋਜੀਸ਼ਨ ਦੱਸੀ ਗਈ ਹੈ। ਮਤਲਬ ਕੀ ਹੈ ਕਿ ਤੁਹਾਨੂੰ ਇੱਕ ਕੰਟੀਨਿਊ ਫਾਰਮ ਦੇ ਵਿੱਚ ਵਰਕਿੰਗ ਕੈਪੀਟਲ ਚਾਹੀਦੀ ਹੈ। ਜਿਹੜੀ ਵੇਰੀਏਬਲ ਵਰਕਿੰਗ ਕੈਪੀਟਲ ਹੋਏਗੀ, ਪਰਮਾਨੈਂਟ ਤਾਂ ਚਾਹੀਦੀ ਹੈ, ਬੇਸ ਤਾਂ ਸਾਨੂੰ ਚਾਹੀਦਾ ਹੀ ਚਾਹੀਦਾ, ਬਟ ਇਸ ਤੋਂ ਇਲਾਵਾ ਵੀ ਸਾਨੂੰ ਵਰਕਿੰਗ ਕੈਪੀਟਲ ਚਾਹੀਦੀ ਹੈ ਜਿਹੜੀ ਫਲਕਚੁਏਟ ਕਰੇਗੀ। ਦੈਟ ਇਜ਼ ਨੋਨ ਐਜ਼ ਅ ਵੇਰੀਏਬਲ ਵਰਕਿੰਗ